ਅਸੀਂ ਪਦਾਰਥ ਦੀ ਵੇਵ ਪ੍ਰਕਿਰਤੀ ਬਾਰੇ ਚਰਚਾ ਕਰ ਰਹੇ ਹਾਂ ਅਤੇ ਜੋ ਮੈਂ ਲੈਕਚਰ ਦੇ ਆਖਰੀ ਦੋ ਜੋੜੇ ਪੇਸ਼ ਕੀਤੇ ਹਨ ਉਹ ਇਹ ਹੈ ਕਿ ਮੋਮੈਂਟਮ p ਵਾਲੇ ਇੱਕ ਪਾਰਟੀਕਲ ਵਿੱਚ ਵੇਵਲੈਂਥ ਵਾਲਾ ਲੈਂਬਡਾ ਹੁੰਦਾ ਹੈ ਜੋ ਇਸ ਨਾਲ ਯਾਤਰਾ ਕਰਨ ਵਾਲੀਆਂ ਵੇਵ ਨਾਲ ਜੁੜਿਆ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਲੈਂਬਡਾ ਵੇਵ ਜਿਵੇਂ ਕਿ h ਉੱਤੇ p ਹੈ। ਅਸੀਂ ਇਹ ਨਹੀਂ ਕਿਹਾ ਹੈ ਕਿ ਇਹ ਕਿਹੋ ਜਿਹੀਆਂ ਵੇਵਸ ਹਨ। ਅਸੀਂ ਸਿਰਫ ਇਹ ਜਾਣਦੇ ਹਾਂ ਕਿ ਪਾਰਟੀਕਲ ਦੇ ਨਾਲ ਕੁਝ ਤਰੰਗ ਘੁੰਮਦੀ ਹੈ ਜਦੋਂ ਇਹ ਚੱਲਦਾ ਹੈ ਅਤੇ ਇਸ ਦੀ ਵੇਵਲੈਂਥ hp ਤੋਂ ਵੱਧ ਹੁੰਦੀ ਹੈ ਅਤੇ ਅਸੀਂ ਇਹ ਵੀ ਚਰਚਾ ਕੀਤੀ ਹੈ ਕਿ ਇਹਨਾਂ ਤਰੰਗਾਂ ਦੀ ਹੋਂਦ ਦੀ ਜਾਂਚ ਜਾਂ ਪੜਤਾਲ ਕਿਵੇਂ ਕੀਤੀ ਜਾਵੇ ਅਤੇ 3 ਪ੍ਰਯੋਗ ਜਿਨ੍ਹਾਂ ਬਾਰੇ ਮੈਂ ਚਰਚਾ ਕੀਤੀ ਸੀ। 1 ਕ੍ਰਿਸਟਲ ਤੋਂ ਕਣਾਂ ਦਾ ਡਿਫਰੈਕਸ਼ਨ ਜੋ ਕਿ ਕ੍ਰਿਸਟਲ ਤੋਂ ਐਕਸ-ਰੇ ਦੇ ਡਿਫਰੈਕਸ਼ਨ ਦੇ ਸਮਾਨ ਹੈ। ਦੋਵੇਂ ਬਰੈਗ ਰਿਸ਼ਤੇ ਨੂੰ ਸੰਤੁਸ਼ਟ ਕਰਦੇ ਹਨ। ਜੋ ਕਹਿੰਦਾ ਹੈ ਕਿ 2d sin θ ਬਰਾਬਰ n ਲੈਂਬਡਾ ਹੈ, ਜਿੱਥੇ ਐਕਸ-ਰੇਜ਼ ਲਈ ਇਹ ਐਕਸ-ਰੇਜ਼ ਦੀ ਵੇਵਲੈਂਥ ਹੋਵੇਗੀ ਅਤੇ ਇਲੈਕਟ੍ਰੋਨਾਂ ਜਾਂ ਕ੍ਰਿਸਟਲ ਤੋਂ ਵੱਖ ਕੀਤੇ ਕਣਾਂ ਲਈ ਇਹ ਉਹਨਾਂ ਕਣਾਂ ਦਾ ਲੈਂਬਡਾ ਹੋਵੇਗਾ ਜੋ ਕਣਾਂ ਦੇ p ਉੱਤੇ h ਹੈ। ਮੈਂ ਤੁਹਾਨੂੰ ਇਲੈਕਟ੍ਰੋਨਾਂ ਦੀ ਇੰਟਰਫੇਰੈਂਸ ਅਤੇ ਡਬਲ ਸਲਿਟ ਪ੍ਰਯੋਗ ਕਰਨ ਦੀ ਸੰਭਾਵਨਾ ਵੀ ਪੇਸ਼ ਕੀਤੀ ਹੈ। ਅਤੇ ਇੱਕ ਹੋਰ ਚੀਜ਼ ਜਿਸ ਦੀ ਮੈਂ ਚਰਚਾ ਕੀਤੀ ਸੀ ਉਹ ਸੀ ਕਪਿਟਜ਼ਾ ਡੀਰਾਕ ਸਕੈਟਰਿੰਗ ਜੋ ਕਿ ਪ੍ਰਕਾਸ਼ ਦੀਆਂ ਖੜੀਆਂ ਤਰੰਗਾਂ ਤੋਂ ਕਣਾਂ ਦਾ ਖਿੰਡਣਾ ਜਾਂ ਬਰੈਗ ਡਿਫਰੈਕਸ਼ਨ ਹੈ। ਇਸ ਸੰਕਲਪ ਤੇ ਥੋੜਾ ਹੋਰ ਧਿਆਨ ਦਿੰਦੇ ਹੋਏ ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਦੀਆਂ ਕੁਝ ਗਲਤ ਧਾਰਨਾਵਾਂ ਨੂੰ ਤੁਰੰਤ ਦੂਰ ਕੀਤਾ ਜਾਣਾ ਚਾਹੀਦਾ ਹੈ। ਇੱਕ ਗਲਤ ਧਾਰਨਾ ਅਤੇ ਉਹ ਇਹ ਹੈ ਕਿ ਕਿਉਂਕਿ ਕਣਾਂ ਦੀ ਮੋਸ਼ਨ ਨਾਲ ਜੁੜੀਆਂ ਤਰੰਗਾਂ ਹੁੰਦੀਆਂ ਹਨ, ਪਾਰਟੀਕਲ ਨੂੰ ਹਿੱਲਣਾ ਚਾਹੀਦਾ ਹੈ ਜਿਵੇਂ ਕਿ ਇੱਕ ਵੇਵ ਹੈ
ਇਸ ਦਾ ਮਤਲਬ ਹੈ ਕਿ ਕਈ ਵਾਰ ਇਹ ਗਲਤ ਧਾਰਨਾ ਹੁੰਦੀ ਹੈ ਕਿ ਪਾਰਟਿਕਲ ਖੁਦ ਇੱਕ ਮੋਸ਼ਨ ਕਰ ਰਿਹਾ ਹੈ। ਜੋ ਵੇਵ ਲਾਈਟ ਹੈ, ਇੱਕ ਵੇਵਲੈਂਥ ਦੇ ਨਾਲ ਜੋ ਲੈਂਬਡਾ ਹੈ ਜੋ h/p ਦੁਆਰਾ ਦਿੱਤਾ ਗਿਆ ਹੈ। ਇਹ ਗਲਤ ਯੋਜਨਾ ਹੈ। ਪਾਰਟਿਕਲ ਨਾਲ ਜੁੜਿਆ ਇਹ ਵੇਵ ਕਾਰੋਬਾਰ ਕੀ ਕਹਿੰਦਾ ਹੈ ਕਿ ਜੇਕਰ ਕੋਈ ਪਾਰਟਿਕਲ ਹੈ ਜੋ ਮੋਮੈਂਟਮ p ਨਾਲ ਅੱਗੇ ਵਧ ਰਿਹਾ ਹੈ, ਪਾਰਟਿਕਲ ਨਾਲ ਇੱਕ ਵੇਵ ਜੁੜੀ ਹੋਈ ਹੈ, ਅਤੇ ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਵੇਵ ਕੀ ਹੈ। ਜਦੋਂ ਤੱਕ ਅਸੀਂ ਵਿਆਖਿਆ ਸ਼ੁਰੂ ਕਰਨ ਵਿੱਚ ਇਕੁਏਸ਼ਨ ਨਹੀਂ ਲਿਖਦੇ, ਪਰ ਪ੍ਰਯੋਗਾਤਮਕ ਤੌਰ ਤੇ ਇਹ ਸਥਾਪਿਤ ਕੀਤਾ ਗਿਆ ਹੈ ਕਿ ਇੱਥੇ ਇੱਕ ਤਰੰਗ ਜੁੜੀ ਹੋਈ ਹੈ ਜਿਸ ਦੀ ਇੱਕ ਵੇਵਲੈਂਥ ਲੈਂਬਡਾ ਹੈ, ਜੋ p ਉੱਤੇ h ਹੈ। ਇਸ ਲਈ ਇਹ ਬਹੁਤ ਸਪਸ਼ਟ ਹੋਣਾ ਚਾਹੀਦਾ ਹੈ ਉੱਥੇ ਇੱਕ ਪਾਰਟਿਕਲ ਚੱਲਦਾ ਹੈ ਅਤੇ ਇਸ ਦੇ ਨਾਲ ਇੱਕ ਵੇਵ ਜੁੜੀ ਹੋਈ ਹੈ। ਕਣਾਂ ਦਾ ਨੰਬਰ 2 ਡਿਫਰੈਕਸ਼ਨ ਜਾਂ ਇਹ ਉਸੇ ਤਰ੍ਹਾਂ ਹੈ ਜਿਵੇਂ ਕਣਾਂ ਦੀ ਇੰਟਰਫੀਅਰੈਂਸ ਵੱਡੀ ਗਿਣਤੀ ਵਿੱਚ ਕਣਾਂ ਲਈ ਅੰਕੜਾ ਹੈ। ਵਿੱਚ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਮੰਨ ਲਓ ਕਿ ਮੈਂ ਇੱਕ ਡਬਲ ਸਲਿਟ ਪ੍ਰਯੋਗ ਕਰ ਰਿਹਾ ਹਾਂ। ਇਸ ਪਾਸੇ ਤੋਂ ਇਲੈਕਟ੍ਰੋਨ ਆਉਂਦੇ ਹਨ ਅਤੇ ਅੰਤ ਵਿੱਚ ਮੈਨੂੰ ਇੱਕ ਇੰਟਰਫੀਅਰੈਂਸ ਦਿਖਾਈ ਦਿੰਦੀ ਹੈ। ਗਲਤ ਧਾਰਨਾ ਇਹ ਹੈ ਕਿ ਜਦੋਂ ਮੈਂ ਇਹਨਾਂ ਇਲੈਕਟ੍ਰੋਨਾਂ ਨੂੰ ਲੰਘਣ ਦਿੰਦਾ ਹਾਂ ਤਾਂ ਇੱਕ ਇਲੈਕਟ੍ਰੋਨ ਆਉਂਦਾ ਹੈ ਅਤੇ ਦੂਜਾ ਇਲੈਕਟ੍ਰੋਨ ਇਸ ਇਲੈਕਟ੍ਰੋਨ ਵਿੱਚ ਦਖਲ ਦਿੰਦਾ ਹੈ ਅਤੇ ਫਿਰ ਉਹ ਦਖਲ ਦਿੰਦੇ ਹਨ ਅਤੇ ਕਿਤੇ ਚਲੇ ਜਾਂਦੇ ਹਨ ਜੋ ਕਿ ਇੱਕ ਗਲਤ ਧਾਰਨਾ ਹੈ। ਕੀ ਹੋ ਰਿਹਾ ਹੈ ਹਰ ਇੱਕ ਇਲੈਕਟ੍ਰੋਨ ਜੋ ਆਉਂਦਾ ਹੈ ਕਿਸੇ ਤਰ੍ਹਾਂ ਵੰਡਿਆ ਜਾਂਦਾ ਹੈ, ਇਹ ਵੰਡਿਆ ਨਹੀਂ ਜਾਂਦਾ ਹੈ, ਵੇਵ ਵੰਡਿਆ ਜਾਂਦਾ ਹੈ, ਅਤੇ ਇਹ ਹਰ ਇੱਕ ਇਲੈਕਟ੍ਰੋਨ ਨਾਲ ਜੁੜੀ ਵੇਵ ਹੈ ਜੋ ਇੱਕ ਇੰਟਰਫੀਅਰੈਂਸ ਪੈਟਰਨ ਬਣਾਉਂਦੀ ਹੈ। ਬਸ ਇੱਕ ਇਲੈਕਟ੍ਰੋਨ ਜਾਂ ਤਾਂ ਇੱਥੇ ਜਾਂ ਇੱਥੇ ਜਾਂ ਇੱਥੇ ਜਾਂ ਇੱਥੇ ਜਾ ਸਕਦਾ ਹੈ। ਅਸੀਂ ਅਸਲ ਵਿੱਚ ਇੰਟਰਫੀਅਰੈਂਸ ਪੈਟਰਨ ਨਹੀਂ ਦੇਖਦੇ ਪਰ ਇਹ ਬਣ ਰਿਹਾ ਹੈ। ਇਸ ਲਈ ਕੀ ਹੁੰਦਾ ਹੈ ਜਦੋਂ ਹੌਲੀ-ਹੌਲੀ ਜੇਕਰ ਤੁਸੀਂ ਇੱਕ ਟਾਈਮ ਵਿੱਚ ਇੱਕ ਇਲੈਕਟ੍ਰੋਨ ਨੂੰ ਆਉਣ ਦਿੰਦੇ ਹੋ ਅਤੇ ਬਹੁਤ ਸਾਰਾ ਡੇਟਾ ਇਕੱਠਾ ਕਰਦੇ ਹੋ, ਭਾਵੇਂ ਕਿ ਸਾਡੇ ਦੁਆਰਾ ਬਹੁਤ ਸਾਰਾ ਡੇਟਾ ਇਕੱਠਾ ਕਰਨ ਤੋਂ ਬਾਅਦ ਇੱਕ ਸਮੇਂ ਵਿੱਚ ਸਿਰਫ ਇੱਕ ਇਲੈਕਟ੍ਰੋਨ ਨੂੰ ਸਲਿਟਸ ਵਿੱਚੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਤੁਸੀਂ ਇਸ ਤਰ੍ਹਾਂ ਉੱਪਰ ਦਾ ਇੱਕ ਪੈਟਰਨ ਦੇਖਦੇ ਹੋ ਅਤੇ ਇਸ ਦਾ ਕੀ ਅਰਥ ਹੈ? ਇਹ ਹੈ ਕਿ ਹਰੇਕ ਇਲੈਕਟ੍ਰੋਨ ਆਪਣੇ ਆਪ ਵਿੱਚ ਦਖਲ ਦੇ ਰਿਹਾ ਹੈ। ਵਧੇਰੇ ਸਪਸ਼ਟ ਤੌਰ ਤੇ ਹਰੇਕ ਇਲੈਕਟ੍ਰੋਨ ਨਾਲ ਜੁੜੀ ਇੱਕ ਤਰੰਗ ਦੋਵਾਂ ਸਲਿਟਾਂ ਵਿੱਚੋਂ ਲੰਘਦੀ ਹੈ ਅਤੇ ਜਦੋਂ ਇਹ ਡਬਲ ਯੰਗਸ ਡਬਲ ਸਲਿਟ ਪ੍ਰਯੋਗ ਵਿੱਚ ਲਾਈਟ ਵੇਵ ਇੰਟਰਫੀਅਰੈਂਸ ਵਾਂਗ ਬਾਹਰ ਆਉਂਦੀ ਹੈ, ਇਹ ਤਰੰਗਾਂ ਵੀ ਵਿਘਨ ਪਾਉਂਦੀਆਂ ਹਨ ਅਤੇ ਫਿਰ ਉਸ ਅਨੁਸਾਰ ਕਣ ਕਿਤੇ ਚਲੇ ਜਾਂਦੇ ਹਨ। ਪਾਰਟਿਕਲ ਨੂੰ ਵੰਡਿਆ ਨਹੀਂ ਜਾ ਸਕਦਾ। ਇਸ ਲਈ ਇਹ ਨਾ ਸੋਚੋ ਕਿ ਉਦੋਂ ਹੀ ਹੁੰਦਾ ਹੈ ਜਦੋਂ ਵੱਡੀ ਗਿਣਤੀ ਵਿੱਚ ਕਣ ਆਉਂਦੇ ਹਨ, ਉਹ ਇੱਕ ਦੂਜੇ ਵਿੱਚ ਦਖਲ ਦਿੰਦੇ ਹਨ ਅਤੇ ਫਿਰ ਇੰਟਰਫੀਅਰੈਂਸ ਪੈਟਰਨ ਵਿੱਚ ਰੂਪ ਬਣਾਉਂਦੇ ਹਨ। ਨਹੀਂ, ਇਹ ਹਰ ਇੱਕ ਪਾਰਟਿਕਲ ਸਿੰਗਲ ਪਾਰਟਿਕਲ ਨਾਲ ਜੁੜੀ ਵੇਵ ਹੈ ਜੋ ਆਪਣੇ ਆਪ ਵਿੱਚ ਦਖਲ ਦਿੰਦੀ ਹੈ ਅਤੇ ਕ੍ਰਿਸਟਲ ਡਿਫਰੈਕਸ਼ਨ ਪ੍ਰਯੋਗ ਵਿੱਚ ਵੀ ਇੱਕ ਪੈਟਰਨ ਸਮਾਨ ਚੀਜ਼ ਬਣਾਉਂਦੀ ਹੈ। ਹਰ ਇੱਕ ਵੇਵ ਇਲੈਕਟ੍ਰੋਨ ਨਾਲ ਜੁੜਿਆ ਹਰ ਇੱਕ ਪਾਰਟਿਕਲ ਆਪਣੇ ਆਪ ਵਿੱਚ ਦਖਲਅੰਦਾਜ਼ੀ ਕਰਦਾ ਹੈ। ਅਤੇ ਫਿਰ ਜਦੋਂ ਤੁਸੀਂ ਬਹੁਤ ਸਾਰਾ ਡਾਟਾ ਇਕੱਠਾ ਕਰਦੇ ਹੋ ਤਾਂ ਤੁਸੀਂ ਪਾਰਟਿਕਲ ਨੂੰ ਕਿਤੇ ਜਾ ਰਹੇ ਪੈਟਰਨ ਨੂੰ ਉਭਰਦੇ ਹੋਏ ਦੇਖਦੇ ਹੋ। ਮੈਂ ਉਮੀਦ ਕਰਦਾ ਹਾਂ ਕਿ ਮੈਂ ਇਹਨਾਂ ਗਲਤ ਧਾਰਨਾਵਾਂ ਨੂੰ ਦੂਰ ਕਰ ਦਿੱਤਾ ਹੈ ਜੋ ਕਾਫੀ ਪ੍ਰਚਲਿਤ ਹਨ। ਹੁਣ ਇਹ ਕਰਨ ਤੋਂ ਬਾਅਦ ਮੈਂ ਡੀਰਾਕ-ਕਪਿਟਜ਼ਾ ਪ੍ਰਭਾਵ ਨੂੰ ਵੀ ਕੁਝ ਟਾਈਮ ਦੇਣਾ ਚਾਹੁੰਦਾ ਹਾਂ, ਜਿਸ ਵਿੱਚ ਅਸੀਂ ਕੀ ਕਿਹਾ ਹੈ ਕਿ ਜੇ ਮੈਂ ਪ੍ਰਕਾਸ਼ ਦੀ ਇੱਕ ਸਟੈਂਡਿੰਗ ਵੇਵ ਲੈਂਦਾ ਹਾਂ ਅਤੇ ਇਲੈਕਟ੍ਰੌਨ ਜਾਂ ਕੁਝ ਕਣਾਂ ਨੂੰ ਇਸ ਪਾਸੇ ਤੋਂ ਵਿਸ਼ੇਸ਼ ਕੋਣ ਥੀਟਾ ਤੇ ਆਉਣ ਦਿਓ, ਤੁਸੀਂ ਬਹੁਤ ਸਾਰੇ ਇਲੈਕਟ੍ਰੌਨ ਨੂੰ ਬਿਲਕੁਲ ਉਸੇ ਮੋਮੈਂਟਮ p ਦੇ ਨਾਲ ਇੱਕੋ ਕੋਣ ਤੇ ਵੱਖਰਾ ਕਰਦੇ ਦੇਖਦੇ ਹੋ। ਇਹ ਕਿਵੇਂ ਹੁੰਦਾ ਹੈ? ਇਸ ਲਈ ਇੱਥੇ ਕੀ ਹੁੰਦਾ ਹੈ? ਵੇਵ ਤੇ ਸਾਡੀ ਚਰਚਾ ਤੋਂ ਯਾਦ ਆਉਂਦਾ ਹੈ ਕਿ ਸਟੈਂਡਿੰਗ ਵੇਵ ਇੱਕ ਵੇਵ ਹੈ ਜੋ ਇਸ ਤਰਫ ਯਾਤਰਾ ਕਰਦੀ ਹੈ ਅਤੇ ਇੱਕ ਵੇਵ ਦੂਜੇ ਪਾਸੇ ਬਰਾਬਰ ਵਿਸਤਾਰ ਨਾਲ ਯਾਤਰਾ ਕਰਦੀ ਹੈ। ਇਸ ਲਈ ਜਦੋਂ ਇਲੈਕਟ੍ਰੌਨ ਆਉਂਦਾ ਹੈ ਤਾਂ ਕੀ ਹੁੰਦਾ ਹੈ? ਇਹ ਵੇਵ ਹੇਠਾਂ ਆਉਣ ਤੋਂ ਇੱਕ ਫੋਟੋਨ ਨੂੰ ਜਜ਼ਬ ਕਰ ਸਕਦਾ ਹੈ ਅਤੇ ਇਸ ਲਈ ਇਹ ਇੱਕ ਖਾਸ ਦਿਸ਼ਾ ਵਿੱਚ ਇੱਕ ਲੱਤ ਪ੍ਰਾਪਤ ਕਰਦਾ ਹੈ ਅਤੇ ਫਿਰ ਦੂਜੇ ਪਾਸੇ ਜਾ ਰਹੀ ਵੇਵ ਉਸ ਫੋਟੋਨ
ਨੂੰ ਦੇਣ ਲਈ ਉਤੇਜਿਤ ਹੋ ਸਕਦੀ ਹੈ। ਇਸ ਲਈ ਇਹ ਇੱਕ ਹੋਰ ਕਿੱਕ ਪ੍ਰਾਪਤ ਕਰਦਾ ਹੈ। ਆਓ ਇਸ ਨੂੰ ਹੋਰ ਵਿਵਸਥਿਤ ਕਰੀਏ। ਇਸ ਲਈ ਜਦੋਂ ਇਹ ਮੋਮੈਂਟਮ p ਆ ਰਿਹਾ ਹੈ ਅਤੇ ਮੰਨ ਲਓ ਕਿ ਇਲੈਕਟ੍ਰੋਨ ਇਸ ਪਾਸੇ ਤੋਂ ਫ੍ਰੀਕੁਐਂਸੀ nu ਦੇ ਫੋਟੋਨ ਨੂੰ ਸੋਖ ਲੈਂਦਾ ਹੈ। ਇਹ ਫੋਟੋਨ ਦੇ ਮੋਮੈਂਟਮ ਦੀ ਇੱਕ ਕਿੱਕ ਪ੍ਰਾਪਤ ਕਰਦਾ ਹੈ, ਜਿਸ ਨੂੰ h ਓਵਰ ਲੈਂਬਡਾ ਲਾਈਟ ਵਜੋਂ ਵੀ ਲਿਖਿਆ ਜਾ ਸਕਦਾ ਹੈ, ਜੋ ਕਿ h nu ਓਵਰ c ਹੈ। ਫਿਰ ਕਿਉਂਕਿ ਇੱਕ ਸਟੈਂਡਿੰਗ ਵੇਵ ਹੈ, ਇੱਕ ਰੋਸ਼ਨੀ ਇਸ ਪਾਸੇ ਵੀ ਆ ਰਹੀ ਹੈ। ਇਹ ਇਸ ਇਲੈਕਟ੍ਰੋਨ ਨੂੰ ਉਲਟ ਦਿਸ਼ਾ ਵੱਲ ਜਾਣ ਵਾਲੇ ਫੋਟੋਨ ਨੂੰ ਦੇਣ ਲਈ ਉਤੇਜਿਤ ਕਰ ਸਕਦਾ ਹੈ, ਅਤੇ ਇਹ ਫੋਟੋਨ ਵਿੱਚ ਇੱਕ ਹੋਰ ਕਿੱਕ ਜੋੜਦਾ ਹੈ, ਜੋ ਕਿ c ਦੁਆਰਾ h nu ਹੈ। ਇਸ ਲਈ ਅੰਤ ਵਿੱਚ ਫੋਟੋਨ ਮੋਮੈਂਟਮ ਇਸ ਨੂੰ ਇਸ ਤਰੀਕੇ ਨਾਲ ਅੱਗੇ ਵਧਾਉਂਦਾ ਹੈ। ਇਹ ਇੱਕ ਕੋਣ ਥੀਟਾ ਤੇ ਆ ਰਿਹਾ ਸੀ, ਅਤੇ p ਨੂੰ ਉਸੇ ਤਰ੍ਹਾਂ ਰੱਖਦੇ ਹੋਏ ਇਸ ਕੋਣ ਥੀਟਾ ਤੇ ਬਾਹਰ ਚਲਾ ਗਿਆ। ਡੈਲਟਾ p ਕਿੰਨਾ ਹੈ? ਡੈਲਟਾ p ਇਹ ਵੱਡਾ ਤੀਰ ਹੈ। ਇਸ ਲਈ ਡੈਲਟਾ p ਫੋਟੋਨ ਦੀ ਦਿਸ਼ਾ ਵਿੱਚ ਹੈ, ਜੋ ਥੀਟਾ ਦੇ 2p ਇਲੈਕਟ੍ਰੋਨ ਸਾਈਨ ਦੇ ਬਰਾਬਰ ਹੈ, ਜੋ ਤੁਸੀਂ ਇਸ ਚਿੱਤਰ ਤੋਂ ਦੇਖ ਸਕਦੇ ਹੋ ਜੋ ਮੈਂ ਬਣਾਇਆ ਹੈ। ਅਤੇ ਇਹ ਲੈਂਬਡਾ ਲਾਈਟ ਵਾਰ 2 ਦੇ ਬਰਾਬਰ h ਦੇ ਬਰਾਬਰ ਹੋਣਾ ਚਾਹੀਦਾ ਹੈ, ਕਿਉਂਕਿ 2 ਫੋਟੋਨ ਜੋ ਸ਼ਾਮਲ ਹੁੰਦੇ ਹਨ, ਜੋ ਕਿ 2 ਹਨ। ਮੈਂ ਇਸ ਨੂੰ 2 ਪਾਈ ਉੱਤੇ ਲੈਂਬਡਾ ਉੱਤੇ 2 ਵਾਰ h ਕਰੋਸ ਵਜੋਂ ਲਿਖ ਸਕਦਾ ਹਾਂ, ਜੋ ਕਿ 2h ਕਰੋਸ ਕੇ ਰੋਸ਼ਨੀ ਦੇ ਸਮਾਨ ਹੈ। ਤੁਸੀਂ ਕਈ ਵੱਖ-ਵੱਖ ਤਰੀਕਿਆਂ ਨਾਲ ਲਿਖ ਸਕਦੇ ਹੋ, ਪਰ ਇਹ ਤੁਹਾਨੂੰ ਇਹ ਵੀ ਦੱਸਦਾ ਹੈ ਕਿ h ਕਰੋਸ ਕੇ ਮੋਮੈਂਟਮ ਦੀ ਗਤੀ ਹੈ। ਇਸ ਲਈ ਇਲੈਕਟ੍ਰੋਨ ਦਾ ਸਾਈਨ ਥੀਟਾ ਸਮਾਂ p ਮੈਂ ਲੈਂਬਡਾ ਇਲੈਕਟ੍ਰੋਨ ਉੱਤੇ 2 ਗੁਣਾ h ਦੇ ਰੂਪ ਵਿੱਚ ਲਿਖ ਸਕਦਾ ਹਾਂ, ਜੋ ਕਿ ਲੈਂਬਡਾ ਲਾਈਟ ਉੱਤੇ 2 ਗੁਣਾ h ਦੇ ਬਰਾਬਰ ਹੈ। ਅਤੇ ਇਹ ਤੁਹਾਨੂੰ ਤੁਰੰਤ ਦਿੰਦਾ ਹੈ ਕਿ ਲੈਂਬਡਾ ਲਾਈਟ ਗੁਣਾ ਸਾਈਨ ਥੀਟਾ ਲੈਂਬਡਾ ਇਲੈਕਟ੍ਰੋਨ ਦੇ ਬਰਾਬਰ ਹੈ, ਜੋ ਕਿ ਬ੍ਰੈਗਸ ਕੰਡੀਸ਼ਨ ਦੇ ਸਮਾਨ ਹੈ। ਜਿਵੇਂ ਕਿ ਪਿਛਲੇ ਲੈਕਚਰ ਵਿੱਚ 2 ਜਹਾਜ਼ਾਂ ਵਿੱਚ ਇਸ ਅੰਤਰ ਦੇ ਨਾਲ ਲਿਆ ਗਿਆ ਸੀ, ਉਹੀ ਪਲੇਨ d ਹਨ ਜੋ ਕਿ ਲੈਂਬਡਾ ਲਾਈਟ ਭਾਗ 2 ਹੈ। ਇਸ ਲਈ ਇਹ ਸਮਝਣ ਦਾ ਇੱਕ ਤਰੀਕਾ ਹੈ ਕਿ ਇੱਥੇ ਕਿ p ਕੀ ਜਾਂ ਪ੍ਰਭਾਵ ਹਨ, ਜਿੱਥੇ ਇਲੈਕਟ੍ਰੋਨ ਇੱਕ ਫੋਟੋਨ ਨੂੰ ਸੋਖ ਲੈਂਦਾ ਹੈ, ਫਿਰ ਉਸ ਫੋਟੋਨ ਨੂੰ ਉਲਟ ਦਿਸ਼ਾਵਾਂ ਵਿੱਚ ਐਮਿਟ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜੋ ਅਸੀਂ 2 ਵਾਰ ਕਿੱਕ ਪ੍ਰਾਪਤ ਕਰਦੇ ਹਾਂ। ਇਸ ਲਈ ਇਹ ਕਰਨ ਤੋਂ ਬਾਅਦ ਹੁਣ ਅਸੀਂ ਇਸ ਵੇਵ ਅਤੇ ਪਾਰਟੀਕਲ ਬਾਰੇ ਥੋੜਾ ਹੋਰ ਸਮਝਣਾ ਚਾਹੁੰਦੇ ਹਾਂ। ਹੁਣ ਇੱਕ ਵੇਵ ਅਜਿਹੀ ਚੀਜ਼ ਹੈ ਜੋ ਸਪੇਸ ਵਿੱਚ ਫੈਲੀ ਹੋਈ ਹੈ। ਇਸ ਲਈ ਜੇਕਰ ਤੁਸੀਂ ਇੱਕ ਪਲੇਨ ਵੇਵ ਲੈਂਦੇ ਹੋ, ਤਾਂ ਇਹ ਪੂਰੀ ਸਪੇਸ ਵਿੱਚ ਫੈਲ ਸਕਦੀ ਜਾਂਦਾ ਹੈ। ਕੁਝ ਇਸ ਨੂੰ ਜਿੰਨਾ ਸੰਭਵ ਹੋ ਸਕੇ ਖਿੱਚਦੇ ਹਨ। ਇਹ ਇੱਕ ਵੇਵ ਹੈ ਜੋ ਸਪੇਸ ਵਿੱਚ ਫੈਲੀ ਹੋਈ ਹੈ। ਦੂਜੇ ਪਾਸੇ ਜੇਕਰ ਤੁਸੀਂ ਕਿਸੇ ਪਾਰਟੀਕਲ ਨੂੰ ਦੇਖਦੇ ਹੋ, ਤਾਂ ਇਹ ਕਿਤੇ ਸਥਾਨਿਕ ਹੈ। ਇੱਥੇ ਹੋ ਸਕਦਾ ਹੈ, ਇਹ ਇੱਥੇ ਇੱਕ ਪੋਜੀਸ਼ਨ ਤੇ ਹੋ ਸਕਦਾ ਹੈ। ਇਸ ਲਈ ਇਹ ਇੱਕ ਪੁਆਇੰਟ ਤੇ ਸਥਾਨਿਕ ਹੈ। ਜੇਕਰ ਕਿਸੇ ਪਾਰਟੀਕਲ ਨਾਲ ਕੋਈ ਵੇਵ ਜੁੜੀ ਹੋਈ ਹੈ, ਤਾਂ ਪਾਰਟੀਕਲ ਦਾ ਸਥਾਨੀਕਰਨ ਕੀਤਾ ਜਾਂਦਾ ਹੈ, ਪਰ ਵੇਵ ਉਸ ਥਾਂ ਤੇ ਫੈਲੀ ਹੋਈ ਹੈ ਜਿੱਥੇ ਕਣ ਹੈ। ਕੀ ਇਹ ਇੱਥੇ ਹੈ ਜਿੱਥੇ ਇਹ ਵੇਵ ਵਿੱਚ ਹੈ? ਇਸ ਲਈ ਸਵਾਲ ਉੱਠਦਾ ਹੈ ਕਿ ਵੇਵ ਵਿੱਚ ਪਾਰਟੀਕਲ ਕਿੱਥੇ ਪਾਇਆ ਜਾਣਾ ਹੈ? ਇਹ ਇੱਕ ਸਵਾਲ ਹੈ। ਦੂਸਰਾ ਸਵਾਲ ਇਹ ਹੈ ਕਿ ਆਓ ਅਸੀਂ ਇਹਨਾਂ ਤਰੰਗਾਂ ਦੀ ਗਤੀ ਦੀ ਵੀ ਗਣਨਾ ਕਰੀਏ। ਜੇਕਰ ਮੈਂ ਰਿਲੇਟਿਵਿਸਟਿਕ ਸ਼ਬਦ
ਵਿੱਚ ਇੱਕ ਗਣਨਾ ਕਰਦਾ ਹਾਂ ਤਾਂ ਨਾਨ ਰਿਲੇਟਿਵਿਸਟਿਕ ਵੀ ਵੇਵ ਫ੍ਰੀਕੁਏਂਸੀ ਵਾਰ ਲੈਂਬਡਾ ਹੋਣ ਜਾ ਰਿਹਾ ਹੈ। ਫ੍ਰੀਕੁਏਂਸੀ ਕੁਝ ਵੀ ਨਹੀਂ ਹੈ ਪਰ ਊਰਜਾ E ਓਵਰ h ਗੁਣਾ ਲੈਂਬਡਾ ਜੋ h ਵੱਧ p ਹੈ। h ਰੱਦ ਕਰਦਾ ਹੈ ਅਤੇ I ਪ੍ਰਾਪਤ ਕਰਦਾ ਹੈ E ਵੱਧ p ਜੋ ਕਿ p ਵਰਗ 2m ਤੋਂ ਵੱਧ p ਤੋਂ ਇਲਾਵਾ ਕੁਝ ਨਹੀਂ ਹੈ, ਜੋ p 2m ਤੋਂ ਵੱਧ ਹੈ, ਜੋ ਕਿ 2 ਉੱਤੇ ਵੀ ਪਾਰਟੀਕਲ ਹੈ। ਦੂਜੇ ਪਾਸੇ ਜੇਕਰ ਮੈਂ ਇੱਕ ਰਿਲੇਟਿਵਿਸਟਿਕ ਗਣਨਾ ਕਰਦਾ ਹਾਂ, ਮੈਨੂੰ ਇੱਕ ਰਿਲੇਟਿਵਿਸਟਿਕ ਗਣਨਾ ਕਰਨ ਦਿਓ। ਫਿਰ ਮੇਰੇ ਕੋਲ ਦੁਬਾਰਾ v ਵੇਵ ਇਜ਼ ਬਰਾਬਰ ਊਰਜਾ ਹੈ, ਜੋ ਕਿ ਹੁਣ mc ਸਕੁਏਅਰ ਰੂਟ ਉੱਤੇ 1 ਮਾਈਨਸ v ਸਕੁਏਅਰ ਉੱਤੇ c ਸਕੁਏਅਰ ਗੁਣਾ 1 ਤੋਂ ਵੱਧ h ਗੁਣਾ ਮੋਮੈਂਟਮ ਹੋਏਗੀ, ਜੋ ਕਿ h ਓਵਰ ਮੋਮੈਂਟਮ ਹੈ, mv ਸਕੁਏਅਰ ਰੂਟ ਉੱਤੇ 1 ਮਾਈਨਸ v ਵਰਗ ਉੱਤੇ c ਵਰਗ ਹੈ। ਫਿਰ ਮੈਂ ਇਸ ਮਿਆਦ ਨੂੰ im ਅਤੇ h ਨੂੰ ਰੱਦ ਕਰਦਾ ਹਾਂ ਅਤੇ ਮੈਨੂੰ ਵੀ ਪਾਰਟੀਕਲ ਉੱਤੇ c ਸਕੁਏਅਰ ਮਿਲਦਾ ਹੈ। ਦੋਹਾਂ ਮਾਮਲਿਆਂ ਵਿੱਚ ਮੈਂ ਵੇਖਦਾ ਹਾਂ ਕਿ ਵੇਵ ਗਤੀ ਵੀ ਪਾਰਟੀਕਲ ਦੇ ਸਮਾਨ ਨਹੀਂ ਹੈ। ਇਸ ਲਈ ਇਸ ਤਰ੍ਹਾਂ ਕੀ ਹੋ ਰਿਹਾ ਹੈ? ਦੋ ਸਵਾਲ ਜਿਨ੍ਹਾਂ ਦਾ ਕਾਰਨ ਪਾਰਟੀਕਲ ਨਾਲ ਜੁੜੀ ਇੱਕ ਵੇਵ ਦੇ ਇਸ ਵਿਚਾਰ ਤੋਂ ਬਾਹਰ ਹੈ। ਨੰਬਰ 1 ਉਹ ਹੈ ਜਿੱਥੇ ਵੇਵ ਵਿੱਚ ਪਾਰਟੀਕਲ ਦੀ ਗਤੀ ਸਥਿਤ ਹੈ ਅਤੇ ਸਵਾਲ ਨੰਬਰ 2 ਇਹ ਹੈ ਕਿ ਪਾਰਟੀਕਲ ਦੀ ਗਤੀ ਵੇਵ ਤਸਵੀਰ ਵਿੱਚ ਕਿਵੇਂ ਪ੍ਰਵੇਸ਼ ਕਰਦੀ ਹੈ, ਅਤੇ ਇਹਨਾਂ ਦੋਵਾਂ ਦਾ ਜਵਾਬ ਕਿਸੇ ਚੀਜ਼ ਦੁਆਰਾ ਦਿੱਤਾ ਜਾਂਦਾ ਹੈ ਜਿਸ ਨੂੰ ਵੇਵਸ ਦਾ ਸਮੂਹ ਕਹਿੰਦੇ ਹਨ। ਮੈਂ ਅੱਗੇ ਇਹਦੀ ਚਰਚਾ ਕਰਨ ਜਾ ਰਿਹਾ ਹਾਂ। ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਹਰ ਜਗ੍ਹਾ ਇੱਕ ਵੇਵ ਹੈ ਅਤੇ ਮੈਨੂੰ ਨਹੀਂ ਪਤਾ ਕਿ ਉਹ ਪਾਰਟੀਕਲ ਕਿੱਥੇ ਸਥਿਤ ਹੈ ਜੋ ਇੱਥੇ ਕਿਤੇ ਹੋਣਾ ਚਾਹੀਦਾ ਸੀ, ਡਾਟ ਦੁਆਰਾ ਇਸ ਨੂੰ ਕਿੱਥੇ ਦਿਖਾਉਂਦੇ ਹਾਂ। ਲਿਟ ਡਾਟ ਪੁੱਟ ਆਊਟ ਦੱਸਦਾ ਹੈ ਕਿ ਪਾਰਟੀਕਲ ਅਸਲ ਵਿੱਚ ਜਦੋਂ ਹਿਲ ਰਿਹਾ ਹੁੰਦਾ ਹੈ ਤਾਂ ਇਨਫਾਈਨਾਈਟ ਟ੍ਰੇਨ ਆਫ ਵੇਵ ਦੁਆਰਾ ਨਹੀਂ ਦਰਸਾਇਆ ਜਾਂਦਾ ਹੈ। ਇਸ ਦੀ ਬਜਾਏ ਇਸ ਵੇਵ ਨੂੰ ਪਾਰਟੀਕਲ ਸਥਿਤੀ ਦੇ ਆਲੇ ਦੁਆਲੇ ਪੋਜੀਸ਼ਨ ਕੀਤਾ ਜਾ ਸਕਦਾ ਹੈ। ਇਸ ਲਈ ਪਾਰਟੀਕਲ ਕਿਤੇ ਇੱਕ ਵੱਡਾ ਐਂਪਲੀਟਿਊਡ ਹੈ, ਇਸ ਲਈ ਇਸ ਦਾ ਇੱਕ ਪ੍ਰੋਫਾਈਲ ਹੈ ਅਤੇ ਪਾਰਟੀਕਲ ਇਸ ਪ੍ਰੋਫਾਈਲ ਦੇ ਅੰਦਰ ਪਾਇਆ ਜਾਣਾ ਹੈ। ਇਸ ਲਈ ਮੰਨ ਲਓ ਕਿ ਜੇਕਰ ਇਹ ਡੈਲਟਾ x ਹੈ ਤਾਂ ਇਸ ਵੇਵ ਦੇ ਫੈਲਣ ਦੀ ਹੱਦ ਇਸ ਪ੍ਰੋਫਾਈਲ ਦੇ ਅੰਦਰ ਪਾਰਟੀਕਲ ਪਾਇਆ ਜਾਂਦਾ ਹੈ। ਇਹ ਬਿਆਨ ਦੇ ਕੇ ਨੋਟਿਸ ਕਰੋ ਕਿ ਮੈਂ ਅਸਲ ਵਿੱਚ ਇਸ ਤੋਂ ਕਿਤੇ ਵੱਧ ਕਹਿ ਰਿਹਾ ਹਾਂ ਜੋ ਮੈਂ ਇਸ ਨੂੰ ਬਿਆਨ ਕਰਦਾ ਹਾਂ। ਜੋ ਮੈਂ ਕਿਹਾ ਕਿ ਜੇਕਰ ਇੱਕ ਵੇਵ ਨੂੰ ਪਾਰਟੀਕਲ ਨਾਲ ਜੋੜਦਾ ਹਾਂ ਤਾਂ ਇਹ ਕਿਸੇ ਡੈਲਟਾ x ਦੇ ਅੰਦਰ ਵਧੀਆ ਢੰਗ ਨਾਲ ਸਥਿਤ ਹੋ ਸਕਦਾ ਹੈ। ਇਸ ਨੂੰ ਸਹੀ ਢੰਗ ਨਾਲ ਸਥਿਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਹ ਇੱਕ ਕੁਆਂਟਮ ਮਸ਼ੀਨੀ ਤੌਰ ਤੇ ਸੱਚਾ ਬਿਆਨ ਹੈ। ਮੈਂ ਡੈਲਟਾ x ਦੇ ਸਿਫਰ ਹੋਣ ਨਾਲ ਪਾਰਟੀਕਲ ਨੂੰ ਸਹੀ ਢੰਗ ਨਾਲ ਨਹੀਂ ਲੱਭ ਸਕਦਾ, ਕਿਉਂਕਿ ਇੱਕ ਵੇਵ ਜੁੜੀ ਹੋਈ ਹੈ ਜੋ ਉਸ ਲਹਿਰ ਦੇ ਅੰਦਰ ਕਿਤੇ ਵੀ ਹੋ ਸਕਦੀ ਹੈ। ਉਦਾਹਰਨ ਲਈ ਜਦੋਂ ਮੈਂ ਇਸ ਪਾਰਟੀਕਲ ਅਤੇ ਇਸ ਨਾਲ ਜੁੜੀ ਇੱਕ ਵੇਵ ਨੂੰ ਇੱਕ ਪ੍ਰੋਫਾਈਲ ਨਾਲ ਲੈਂਦਾ ਹਾਂ ਜੋ ਮੈਂ ਪਹਿਲਾਂ ਬਣਾਇਆ ਸੀ। ਇਹ ਉਦਾਹਰਨ ਲਈ ਹੋ ਸਕਦਾ ਹੈ ਕਿ ਹੁਣ ਦੇ ਨਾਲ ਵੇਵਫਾਰਮ ਮੈਂ ਇਸ ਯੂਨਾਨੀ ਚਿੰਨ੍ਹ ਸਾਈ x ਨੂੰ ਪੇਸ਼ ਕਰਾਂਗਾ ਕਿਉਂਕਿ ਮੈਂ ਇਸ ਨੂੰ ਬਾਅਦ ਵਿੱਚ ਵਰਤਣ ਜਾ ਰਿਹਾ ਹਾਂ ਫਾਰਮ ਦਾ ਹੋਵੇਗਾ। ਉਦਾਹਰਨ ਲਈ ਇਹ ਕੁਝ ਸਿਗਮਾ ਕੋਨਸਟੈਂਟ ਸਕੁਏਅਰ ਤੇ e ਰੇਤੋਂ ਮਾਈਨਸ x ਸਕੁਏਅਰ ਦੇ ਕੁਝ ਕੇ ਸਿਫਰ x ਮਾਈਨਸ ਓਮੇਗਾ 0 ਸਿਫਰ t ਗੁਣਾ ਦਾ ਸਾਈਨ ਹੋ ਸਕਦਾ ਹੈ। ਜਦੋਂ ਤੁਸੀਂ ਪਾਰਟੀਕਲ ਦੀ ਉਸ ਪੋਜੀਸ਼ਨ ਤੋਂ ਦੂਰ ਜਾਂਦੇ ਹੋ ਤਾਂ ਇਹ ਡਿਕੇ ਹੈ। ਇਸ ਲਈ ਜੇਕਰ ਪਾਰਟੀਕਲ ਦੀ ਪੋਜੀਸ਼ਨ
x ਨੌਟ ਤੇ ਹੈ ਤਾਂ ਮੈਂ ਇਸ ਨੂੰ sin k ਨੌਟ x ਮਾਈਨਸ ਓਮੇਗਾ ਨੌਟ x e ਨੂੰ ਕਿਰਨਾ ਮਾਈਨਸ x ਨੌਟ ਸਕੁਏਅਰ ਉੱਤੇ ਸਿਗਮਾ ਸਕੁਏਅਰ ਵਜੋਂ ਲਿਖ ਸਕਦਾ ਹਾਂ, ਜਿੱਥੇ k ਨੌਟ ਵੀ ਇਸ ਅਨਡੂਲੇਸ਼ਨ ਦੇ ਇਸ ਲੈਂਬਡਾ ਨਾਲ ਸੰਬੰਧਿਤ ਹੈ। ਇਸ ਲਈ ਮੈਂ ਇਸ ਨੂੰ ਲੈਂਬਡਾ 0 ਓਮੇਗਾ 0 ਉੱਤੇ 2 ਪਾਈ ਦੇ ਰੂਪ ਵਿੱਚ ਲਿਖ ਸਕਦਾ ਹਾਂ। h ਕਰੋਸ ਉੱਤੇ ਪਾਰਟੀਕਲ ਦੀ ਇਸ ਊਰਜਾ ਨਾਲ ਸੰਬੰਧਿਤ ਹੈ ਜੋ ਕਿ 2 ਪਾਈ ਨੂੰ ਦੇ ਬਰਾਬਰ ਹੈ, ਜੋ ਕਿ h ਉੱਤੇ 2 ਪਾਈ e ਦੇ ਬਰਾਬਰ ਹੈ। ਇਸ ਲਈ ਇੱਥੇ ਕੁਝ ਵੇਵਲੈਂਥ ਜੁੜੀ ਹੋਈ ਹੈ ਪਰ ਪ੍ਰੋਫਾਈਲ ਵੀ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਕੇਵਲ k ਨੌਟ ਵੀ ਮੌਜੂਦ ਨਹੀਂ ਹੈ, ਹੋਰ ਕੇਸ ਵੀ ਮੌਜੂਦ ਹਨ। ਅਤੇ ਉਹ ਕਿਵੇਂ ਮੌਜੂਦ ਹਨ? ਮੈਂ ਦੁਬਾਰਾ ਵਾਪਸ ਜਾਵਾਂਗਾ। ਮੈਂ ਤੁਹਾਨੂੰ ਇਸ ਬਾਰੇ ਦੱਸਿਆ ਹੈ ਕਿ ਆਈਗਨ ਫੰਕਸ਼ਨਾਂ ਦੇ ਟਰਮਜ਼ ਵਿੱਚ ਇੱਕ ਜੇਨਰਲ ਵੇਵ ਨੂੰ ਕਿਵੇਂ ਪ੍ਰਸਤੁਤ ਕਰਨਾ ਹੈ। ਇਸ ਲਈ ਮੈਂ ਇੱਕ ਫੋਰੀਅਰ ਟਰਾਂਸਫਾਰਮ ਦੇ ਤੌਰ ਤੇ ਜਾਂ ਵੱਖ-ਵੱਖ ਕੇਸਾਂ ਦੇ ਟਾਈਮ ਵਿੱਚ k x ਮਾਈਨਸ ਓਮੇਗਾ t ਦੇ ਕੁਝ ਕੋਨਸਟੈਂਟ a k ਸਾਈਨ ਦੇ ਰੂਪ ਵਿੱਚ ਲਿਖ ਸਕਦਾ ਹਾਂ ਤੇ ਇਸ ਤਰ੍ਹਾਂ ਵੀ ਚੰਗੀ ਤਰ੍ਹਾਂ ਲਿਖ ਸਕਦਾ ਹਾਂ। ਸਮੇਸ਼ਨ a k ਦਾ ਸਾਈਨ ਓਮੇਗਾ t ਮਾਈਨਸ k x ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਚਾਹੁੰਦੇ ਹੋ ਤਾਂ ਕਿ ਮੈਂ ਸਿਰਫ ਸਾਈਨ ਨੂੰ ਬਦਲ ਸਕਦਾ ਹਾਂ। k ਅਤੇ ਕੰਟੀਨਿਊਅਸ ਕੇਸਾਂ ਵਿੱਚ a ਇੱਕ ਫੋਰੀਅਰ ਟਰਾਂਸਫਾਰਮ ਦੇ ਰੂਪ ਵਿੱਚ ਲਿਖਿਆ ਹੈ ਜੋ ਕਿ e ਕਿਰਨਾਂ ਦੇ ਇੱਕ ਫੰਕਸ਼ਨ ਦੇ ਤੌਰ ਤੇ i ਓਮੇਗਾ t ਮਾਈਨਸ k x dk ਦੇ ਰੂਪ ਵਿੱਚ a ਦਾ ਇੰਟੀਗਰਲ ਹੁੰਦਾ ਹੈ। k ਮਾਈਨਸ ਅਨੰਤ ਤੋਂ ਇਨਫਿਨਿਟੀ ਤੱਕ ਪੈਨਣਾ ਅਤੇ k ਬਰਾਬਰ k 0 ਲਈ ਇਹ k ਅਧਿਕਤਮ ਹੈ। ਕਿਉਂਕਿ ਤੁਸੀਂ ਦੇਖਦੇ ਹੋ ਕਿ ਇਹ ਇੱਕ ਵੇਵ ਫਾਰਮ ਹੈ, ਇਹ ਉੱਥੋਂ ਸੜ ਜਾਂਦਾ ਹੈ। ਇਸ ਲਈ ਉਦਾਹਰਨ ਲਈ ਇਹ ਰੂਪ ਦਾ ਹੋ ਸਕਦਾ ਹੈ ਜੇਕਰ ਮੈਂ ਇਹ k ਆਇਤਾਂ k ਨੂੰ ਪਲੋਟ ਕਰਨ ਲਈ ਜਾਂਦਾ ਹਾਂ ਤਾਂ ਇਹ ਰੂਪ ਦਾ ਹੋ ਸਕਦਾ ਹੈ। ਇਹ ਮੰਨ ਲਓ ਕਿ ਇਹ k ਨੌਟ ਉੱਥੇ ਸਭ ਤੋਂ ਵੱਡਾ ਹੈ ਅਤੇ ਫਿਰ ਸੜਦਾ ਹੈ। ਕੁਝ ਤਰੰਗਾਂ ਮਿਲਾਈਆਂ ਜਾ ਰਹੀਆਂ ਹਨ। ਇਹ ਕੁਝ ਡੈਲਟਾ k ਦੇ ਅੰਦਰ ਡੈਲਟਾ k ਹੈ। k ਨਾਲ ਕੀ ਸੰਬੰਧਿਤ ਹੈ? ਡੀ ਬਰੋਏ ਦੀ ਹਾਈਪੋਥੀਸਿਸ ਦੁਆਰਾ k ਕੁਝ ਵੀ ਨਹੀਂ ਹੈ ਪਰ 2 ਪਾਈ ਓਵਰ ਲੈਂਬਡਾ ਜੋ ਕਿ ਕੁਝ ਵੀ ਨਹੀਂ ਹੈ ਪਰ h ਵਾਰ p ਉੱਤੇ 2 ਪਾਈ ਹੈ। ਇਹ p ਓਵਰ h ਕਰੋਸ ਦਿੰਦਾ ਹੈ ਜਿਸ ਦਾ ਮਤਲਬ ਹੈ ਕਿ p ਬਰਾਬਰ h ਕਰੋਸ k ਹੈ। ਇਸ ਲਈ ਪਾਰਟੀਕਲ ਦਾ ਮੋਮੈਂਟਮ k ਨਾਲ h ਕਰੋਸ k ਨਾਲ ਸੰਬੰਧਿਤ ਹੈ। ਅਤੇ ਜਦੋਂ ਮੈਂ ਕਹਿੰਦਾ ਹਾਂ ਕਿ ਉਹਨਾਂ ਦਾ ਜੋੜ ਫੈਲਾਅ ਡੈਲਟਾ k ਹੈ ਤਾਂ ਇਸ ਦਾ ਮਤਲਬ ਹੈ ਕਿ ਪਾਰਟੀਕਲ ਦਾ ਮੋਮੈਂਟਮ ਬਹੁਤ ਸਹੀ ਢੰਗ ਨਾਲ ਨਿਰਧਾਰਤ ਨਹੀਂ ਕੀਤਾ ਗਿਆ ਹੈ। ਇਸ ਦਾ ਇੱਕ ਵੱਡਾ ਹਿੱਸਾ k 0 ਹੈ ਪਰ ਇਸ ਵਿੱਚ ਇੱਕ ਫੈਲਾਅ ਵੀ ਹੈ। ਇਸ ਲਈ ਖਾਸ ਤੌਰ ਤੇ ਪੋਜੀਸ਼ਨ ਬਿਲਕੁਲ ਨਿਰਧਾਰਤ ਨਹੀਂ ਕੀਤੀ ਗਈ ਹੈ ਇੱਥੋਂ ਤੱਕ ਕਿ ਮੋਮੈਂਟਮ ਦਾ ਇੱਕ ਫੈਲਾਅ ਹੈ। ਮੋਮੈਂਟਮ ਸਟੀਕ ਹੁੰਦਾ ਜੇਕਰ ਇਹ ਮਾਈਨਸ ਅਨੰਤ ਤੋਂ ਪਲੱਸ ਇਨਫਿਨਿਟੀ ਤੱਕ ਫੈਲਣ ਵਾਲੀ ਕੋਨਸਟੈਂਟ ਵੇਵ ਲੈਂਥ ਦੀ ਇੱਕ ਪਲੇਨ ਵੇਵ ਹੁੰਦੀ। ਇਸ ਲਈ ਇੱਕ ਸਥਾਨਿਕ ਪਾਰਟੀਕਲ ਡੈਲਟਾ x ਲਈ ਇਸ ਦੀ ਸਟੀਕ ਪੋਜੀਸ਼ਨ ਨਹੀਂ ਜਾਣੀ ਜਾਂਦੀ ਹੈ, ਇਸ ਦਾ ਸਟੀਕ ਮੋਮੈਂਟਮ ਨਹੀਂ ਜਾਣਿਆ ਜਾਂਦਾ ਹੈ। ਅਤੇ ਅਸਲ ਵਿੱਚ ਤੁਸੀਂ ਇਹ ਦਿਖਾ ਸਕਦੇ ਹੋ ਕਿ ਜੇਕਰ ਇਹ ਪਾਰਟੀਕਲ ਹੈ ਜੋ ਇਸ ਐਂਪਲੀਟਿਊਡ ਦੇ ਅੰਦਰ ਸਥਿਤ ਹੈ ਤਾਂ ਇਹ ਇੱਥੇ ਕਿਤੇ ਸਥਿਤ ਹੈ ਕਿ ਫੈਲਾਅ ਡੈਲਟਾ x ਹੈ ਅਤੇ ਅਨੁਸਾਰੀ ਫੋਰੀਅਰ ਟਰਾਂਸਫਾਰਮ k 0 ਦੇ ਦੁਆਲੇ ਫੈਲਿਆ ਹੋਇਆ ਹੈ। ਇਹ ਇੱਕ k ਹੈ ਅਤੇ ਸਪੀਡ ਡੈਲਟਾ k ਹੈ। ਫਿਰ ਡੈਲਟਾ k ਡੈਲਟਾ x 1 ਦੇ ਆਰਡਰ ਦਾ ਹੈ ਅਤੇ ਡੈਲਟਾ k ਕੁਝ ਵੀ ਨਹੀਂ ਹੈ ਪਰ ਡੈਲਟਾ p ਓਵਰ h ਕਰੋਸ ਡੈਲਟਾ x 1 ਦੇ ਆਰਡਰ ਦਾ ਹੈ ਜਾਂ ਡੈਲਟਾ p ਡੈਲਟਾ x h ਕਰੋਸ ਦੇ ਕ੍ਰਮ ਦਾ ਹੈ। ਇਹ ਵੇਵ ਨੇਚਰ ਵਾਲੇ ਪਾਰਟੀਕਲ ਦਾ ਇੱਕ ਹੋਰ ਨਤੀਜਾ ਜੋੜਦਾ ਹੈ। ਜੇਕਰ ਮੈਂ ਮੋਮੈਂਟਮ ਅਤੇ ਸੰਬੰਧਿਤ ਪੋਜੀਸ਼ਨ ਦੇ ਦੋਨਾਂ ਦਾ ਮੇਲ ਨਹੀਂ ਕਰ ਸਕਦਾ ਤਾਂ ਉਸੇ ਦਿਸ਼ਾ ਨੂੰ ਉਸੇ ਸ਼ੁੱਧਤਾ ਨਾਲ ਜੋ ਮੈਂ ਕਲਾਸਿਕ ਤੌਰ ਤੇ ਕਰਦਾ ਹਾਂ ਅਤੇ ਉਹ ਪ੍ਰੋਡਕਟ ਅਸਲ ਵਿੱਚ h ਕਰੋਸ ਹੈ। ਇਹ ਅਨਸਰਟੇਨਟੀ ਪ੍ਰਿੰਸੀਪਲ ਦਾ ਇੱਕ ਬਿਆਨ ਹੈ ਜੋ ਬਾਅਦ ਦੇ ਲੈਕਚਰਾਂ ਵਿੱਚ ਵਾਪਸ ਆਵੇਗਾ। ਇਸ ਸਮੇਂ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਜੇਕਰ ਤੁਸੀਂ ਵੇਵ ਅਤੇ ਪਾਰਟੀਕਲ ਕੁਦਰਤ ਨੂੰ ਇਕੱਠੇ ਦੇਖਦੇ ਹੋ, ਤੁਸੀਂ ਮੋਮੈਂਟਮ ਅਤੇ ਪੋਜੀਸ਼ਨ ਨੂੰ ਉਨੀ ਸਟੀਕਤਾ ਲਈ ਨਿਰਧਾਰਤ ਨਹੀਂ ਕਰ ਸਕਦੇ ਜਿੰਨਾ ਤੁਸੀਂ ਚਾਹੁੰਦੇ ਹੋ। ਉਹਨਾਂ ਦਾ ਇੱਕ ਪਰਸਪਰ ਸੰਬੰਧ ਹੈ। ਡੈਲਟਾ p ਡੈਲਟਾ x h ਕਰੋਸ ਦੇ ਆਰਡਰ ਦਾ ਹੈ। ਇਸ ਲਈ ਹੁਣ ਇਸ ਵੇਵ ਪੈਕੇਟ ਦੀ ਨੁਮਾਇੰਦਗੀ ਕਰਨ ਲਈ ਵਾਪਸ ਆ ਗਿਆ ਹਾਂ ਜੋ ਪਿਛਲੀ ਸਲਾਈਡ ਵਿੱਚ ਮੈਂ ਇੱਕ
ਫੋਰੀਅਰ ਟਰਾਂਸਫਾਰਮ ਦੇ ਰੂਪ ਵਿੱਚ ਲਿਖਿਆ ਸੀ। ਅਤੇ ਮੈਂ ਇਸ ਸਾਈ x ਨੂੰ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਏ ਕਿਰਨਾਂ ਤੋਂ I ਓਮੇਗਾ t ਮਾਈਨਸ k x dk ਦੇ ਬਰਾਬਰ ਲਿਖਣ ਜਾ ਰਿਹਾ ਹਾਂ। ਤੁਸੀਂ ਹੈਰਾਨ ਹੋ ਸਕਦੇ ਹੋ ਕਿ ਮੈਂ ਸਿਰਫ k ਉੱਤੇ ਹੀ ਏਕੀਕ੍ਰਿਤ ਕਿਉਂ ਕਰ ਰਿਹਾ ਹਾਂ। ਇਹ ਇਸ ਲਈ ਹੈ ਕਿਉਂਕਿ ਓਮੇਗਾ ਇੱਕ ਫੰਕਸ਼ਨ k ਵੀ ਹੈ। ਹੁਣ ਕਹੀਏ ਕਿ 0 ਦੇ ਬਰਾਬਰ ਪ੍ਰੋਫਾਈਲ ਨੂੰ ਸਾਈ 0 x ਦੁਆਰਾ ਦਿੱਤਾ ਗਿਆ ਸੀ, ਜੋ ਕਿ ਇੰਟੀਗਰੇਸ਼ਨ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ a k e ਰੇ ਤੋਂ I ਮਾਈਨਸ I k x dx ਹੈ, ਅਤੇ ਇਹ ਸਾਈ x ਹੈ। ਕਦੇ-ਕਦੇ ਬਾਅਦ ਵਿੱਚ ਕੀ ਹੁੰਦਾ ਹੈ ਅਤੇ ਇਹ k 0 ਦੇ ਆਲੇ ਦੁਆਲੇ ਪੀਕ ਹੈ। ਇਸ ਲਈ ਮੈਂ ਹੁਣ ਸਾਈ x, t ਲਿਖਣ ਜਾ ਰਿਹਾ ਹਾਂ ਅਤੇ ਪਿਛਲੇ ਲੈਕਚਰਾਂ ਤੋਂ ਯਾਦ ਕਰ ਰਿਹਾ ਹਾਂ ਕਿ ਜਦੋਂ ਮੈਂ ਟਾਈਮ ਦੀ ਨਿਰਭਰਤਾ ਨੂੰ ਲਿਖਣਾ ਚਾਹੁੰਦਾ ਹਾਂ ਤਾਂ ਮੈਂ ਸਿਰਫ ਟਾਈਮ ਦੀ ਡਿਪੈਂਡੈਂਸ ਵਿੱਚ ਪਾਵਾਂਗਾ, ਜਿਵੇਂ ਕਿ ਇੱਕ ਵੇਵ ਲਈ ਹੁੰਦਾ ਹੈ। ਇਸ ਲਈ ਇਹ I ਓਮੇਗਾ t ਮਾਈਨਸ k x dk ਲਈ e ਰੇ ਹੋਣਗੇ। ਟਾਈਮ ਦੇ ਨਾਲ ਇਸ ਤਰ੍ਹਾਂ ਸਾਈ ਫੰਕਸ਼ਨ ਜਾਂ ਵੇਵ ਫੰਕਸ਼ਨ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਯਾਦ ਕਰੋ ਜਦੋਂ ਸਟ੍ਰਿੰਗ ਕੀਤੀ ਸੀ ਅਤੇ ਇਸ ਨੂੰ ਟਰਾਇਐਂਗੂਲਰ ਸਟ੍ਰਿੰਗ ਦਾ ਆਕਾਰ ਦਿੰਦਾ ਹਾਂ ਅਤੇ ਇਸ ਨੂੰ ਪ੍ਰਦਰਸ਼ਿਤ ਕਰਦਾ ਹਾਂ। ਟਾਈਮ ਦੇ ਨਾਲ ਡਿਸਪਲੇਸਮੈਂਟ ਨੂੰ ਸਾਰੀਆਂ ਆਈਗਨ ਫ੍ਰੀਕੁਐਂਸੀ ਅਤੇ ਆਈਗਨ ਫੰਕਸ਼ਨਾਂ ਦੇ ਜੋੜ ਵਜੋਂ ਦਿੱਤਾ ਗਿਆ ਸੀ। ਬਿਲਕੁਲ ਉਸੇ ਤਰੀਕੇ ਨਾਲ ਜੋ ਮੈਂ ਲਿਖਣ ਜਾ ਰਿਹਾ ਹਾਂ। ਅਤੇ ਹੁਣ ਕਿਉਂਕਿ k ਬਰਾਬਰ k 0 ਦੇ ਨੇੜੇ a k ਸਭ ਤੋਂ ਵੱਡਾ ਹੈ, ਅਸੀਂ ਓਮੇਗਾ k ਨੂੰ k0 ਪਲੱਸ d ਓਮੇਗਾ dk ਨੂੰ k 0 ਡੈਲਟਾ k ਦੇ ਓਮੇਗਾ ਦੇ ਰੂਪ ਵਿੱਚ ਵਧਾਵਾਂਗੇ। ਇਸ ਲਈ ਮੈਂ ਹੁਣ ਲਿਖਣ ਜਾ ਰਿਹਾ ਹਾਂ ਸਾਈ x t ਇੰਟੀਗਰੇਸ਼ਨ ਦੇ ਬਰਾਬਰ ਹੈ a k I ਓਮੇਗਾ 0 ਦੀਆਂ ਕਿਰਨਾਂ ਹਨ, ਜੋ ਕਿ t ਤੇ ਓਮੇਗਾ ਨਾਲ ਮੇਲ ਖਾਂਦਾ ਹੈ, ਜੋ ਕਿ 0 ਘਟਾਓ k 0 x ਗੁਣਾ ਨਾਲ ਸੰਬੰਧਿਤ ਹੈ। ਇਹ k 0 ਤੇ dk ਤੋਂ I d ਓਮੇਗਾ ਡੈਲਟਾ k ਮਾਈਨਸ ਡੈਲਟਾ k x dk ਮਾਈਨਸ ਇਨਫਿਨਿਟੀ ਨਾਲ ਸੰਬੰਧਿਤ ਹੈ। ਕਿਉਂਕਿ ਕਰਲੀ ਬ੍ਰੈਕਟਾਂ ਵਿੱਚ ਦਿਖਾਇਆ ਗਿਆ ਹਿੱਸਾ k ਤੇ ਡਿਪੈਂਡ ਨਹੀਂ ਕਰਦਾ ਹੈ, ਮੈਂ ਇਸ ਨੂੰ ਬਾਹਰ ਕੱਢ ਸਕਦਾ ਹਾਂ ਅਤੇ ਇਸ ਨੂੰ I ਓਮੇਗਾ 0 t ਮਾਈਨਸ k 0 x ਇੰਟੀਗਰੇਸ਼ਨ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਤੱਕ e ਰੇ ਦੇ ਰੂਪ ਵਿੱਚ ਲਿਖ ਸਕਦਾ ਹਾਂ। a k ਲਿਖਣ ਦੀ ਬਜਾਏ ਮੈਂ ਇਸ ਨੂੰ ਡੈਲਟਾ k ਦੇ ਫੰਕਸ਼ਨ ਵਜੋਂ ਲਿਖ ਸਕਦਾ ਹਾਂ, ਜਿੱਥੇ k 0 ਤੋਂ ਡੈਲਟਾ k ਇਸ ਫਰਕ ਹੈ e ਰੇ 2I d ਓਮੇਗਾ ਓਵਰ dk ਤੇ k 0 ਮਾਈਨਸ x ਦੇ ਤੌਰ ਤੇ t ਇੱਥੇ ਡੈਲਟਾ k ਅਤੇ ਇੰਟੀਗਰੇਸ਼ਨ ਓਵਰ ਡੈਲਟਾ k ਅਤੇ ਇਹ ਯਾਦ ਕੀ ਹੈ, ਇੱਕ k ਰੇ ਤੋਂ ਮਾਈਨਸ I k x dk ਇਹ ਫੰਕਸ਼ਨ ਸੀ ਜੋ ਇਸ ਵੇਵ ਦੀ ਪ੍ਰੋਫਾਈਲ ਦੇ ਰਿਹਾ ਸੀ। ਇਸ ਲਈ ਇਹ ਉਹ ਹੈ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਕਿ ਇਹ ਸਾਈ 0 x ਸੀ। ਇਸ ਲਈ ਮੈਂ ਉਹੀ ਪ੍ਰੋਫਾਈਲ ਲਿਆਉਣ ਜਾ ਰਿਹਾ ਹਾਂ ਅਤੇ ਇਹ ਸਾਈ 0 ਹੋਣ ਜਾ ਰਿਹਾ ਹੈ, ਸਿਵਾਏ ਹੁਣ ਮੇਰੇ ਕੋਲ k 0 t ਮਾਈਨਸ x ਤੇ d ਓਮੇਗਾ ਉੱਤੇ dk ਹੋਣ ਜਾ ਰਿਹਾ ਹੈ। ਇਸ ਲਈ ਕੀ ਹੋਇਆ ਇਹ ਪ੍ਰੋਫਾਈਲ ਜੋ ਟਾਈਮ ਵਿੱਚ ਉੱਥੇ ਸੀ, ਇਹ ਇੱਕ ਡਿਸਟੈਂਸ d ਓਮੇਗਾ ਦੁਆਰਾ dk ਦੁਆਰਾ k 0 ਗੁਣਾ t ਉੱਤੇ ਤਬਦੀਲ ਹੋ ਗਿਆ ਹੈ ਅਤੇ ਇਸ ਨੂੰ ਹੁਣ dk ਉੱਤੇ d ਓਮੇਗਾ ਦਾ ਸਾਈ 0 k 0 t ਮਾਈਨਸ x ਦੇ ਰੂਪ ਵਿੱਚ ਦਿੱਤਾ ਗਿਆ ਹੈ। ਜੇਕਰ ਇਹ ਇੰਨੇ ਜ਼ਿਆਦਾ d ਓਮੇਗਾ ਦੁਆਰਾ dk k 0 t ਦੁਆਰਾ ਤਬਦੀਲ ਹੋ ਗਿਆ ਹੈ, ਇਸ ਦਾ ਮਤਲਬ ਹੈ ਇਹ ਇੱਕ ਗਤੀ v ਦੇ ਬਰਾਬਰ ਓਮੇਗਾ ਦੇ ਨਾਲ dk ਦੁਆਰਾ k 0 ਤੇ ਅੱਗੇ ਵਧਿਆ ਹੈ। ਇਸ ਲਈ ਇਹ ਪਾਰਟੀਕਲ ਸੀ ਜੋ ਵੇਵ ਦਾ ਪ੍ਰੋਫਾਈਲ ਦੁਆਰਾ ਦਿੱਤਾ ਜਾ ਰਿਹਾ ਹੈ
ਅਤੇ ਟਾਈਮ ਦੇ ਨਾਲ ਇਹ ਸਾਥੀ k0 t ਤੇ dk ਦੁਆਰਾ ਗਿਣਿਆ ਗਿਆ d ਓਮੇਗਾ ਦੁਆਰਾ ਇੱਕ ਡਿਸਟੈਂਸ ਨਾਲ ਅੱਗੇ ਵੱਧਦਾ ਹੈ ਅਤੇ ਪਾਰਟਿਕਲ ਇੱਥੇ ਪਹੁੰਚਿਆ ਹੋਇਆ ਹੈ ਉਸੇ ਰੂਪ ਵਿੱਚ ਚੱਲਦਾ ਹੈ ਅਤੇ ਇਸ ਦਾ ਮਤਲਬ ਹੈ ਕਿ ਉਹ ਗਤੀ ਜਿਸ ਨਾਲ ਇਹ ਚਲੀ ਗਈ ਹੈ d ਓਮੇਗਾ ਦੁਆਰਾ k ਤੇ k0 ਹੈ ਅਤੇ ਇਸ ਨੂੰ ਸਮੂਹ ਵੈਲੋਸਿਟੀ ਕਿਹਾ ਜਾਂਦਾ ਹੈ vg ਗਰੁੱਪ ਵੈਲੋਸਿਟੀ ਹੈ ਕਿਉਂਕਿ ਵੇਵਸ ਦਾ ਸਮੂਹ ਜੋ ਚੱਲਿਆ ਹੈ ਅਤੇ ਇਸ ਸਮੂਹ ਦੀ ਵੈਲੋਸਿਟੀ ਇੱਕੋ ਜਿਹੀ ਹੋਣੀ ਚਾਹੀਦੀ ਹੈ ਪਾਰਟਿਕਲ ਦੀ ਗਤੀ ਦੇ ਰੂਪ ਵਿੱਚ ਅਤੇ ਆਓ ਇਸ ਦੀ ਜਾਂਚ ਕਰੀਏ ਇਸ ਲਈ E ਨੂੰ 2 ਮੀਟਰ ਤੋਂ ਵੱਧ p ਸਕੁਏਅਰ ਦਿੱਤਾ ਗਿਆ ਹੈ ਜੋ ਹੁਣ ਤੱਕ ਤੁਸੀਂ h ਕਰੋਸ ਸਕੁਏਅਰ ਤੋਂ ਵੱਧ ਕੇ ਸਕੁਏਅਰ 2m ਤੋਂ ਜਾਣੂ ਹੋ ਓਮੇਗਾ ਜੋ ਕਿ E ਉੱਤੇ h ਕਰੋਸ ਹੈ 2pi E ਵੱਧ h ਦੇ ਬਰਾਬਰ ਹੈ h ਕਰਾਸ k ਸਕੁਏਅਰ 2m ਉੱਤੇ ਹੈ ਇਸ ਲਈ k0 ਉੱਤੇ d ਓਮੇਗਾ dk ਉੱਤੇ k0 ਉੱਤੇ h ਕਰੋਸ k0 ਉੱਤੇ m ਹੋਣ ਜਾ ਰਿਹਾ ਹੈ ਜੋ ਕਿ h ਕਰੋਸ k0 ਉੱਤੇ m ਹੈ ਜੋ ਕਿ p0 ਉੱਤੇ m ਦੇ ਬਰਾਬਰ ਹੈ ਜੋ ਕਿ ਪਾਰਟਿਕਲ ਵੈਲੋਸਿਟੀ ਦੇ ਬਰਾਬਰ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਪਾਰਟਿਕਲ ਵੈਲੋਸਿਟੀ ਇੱਕ ਪਾਰਟਿਕਲ ਦੀ ਗਤੀ ਸਮੂਹ ਵੈਲੋਸਿਟੀ ਦੇ ਸਮਾਨ ਹੈ ਸਿੱਟਾ ਕੱਢਣ ਲਈ ਜਦੋਂ ਮੈਂ ਇੱਕ ਪਾਰਟਿਕਲ ਨਾਲ ਇੱਕ ਤਰੰਗ ਨੂੰ ਜੋੜਦਾ ਹਾਂ ਪਾਰਟਿਕਲ ਨੇ ਉਸ ਦੁਆਰਾ ਵਰਣਨ ਕੀਤਾ ਹੈ ਜਿਸ ਨੂੰ ਮੈਂ ਇੱਕ ਵੇਵ ਪੈਕੇਟ ਕਹਿੰਦਾ ਹਾਂ ਇਹ ਇੱਕ ਵੇਵ ਪੈਕੇਟ ਹੈ ਅਤੇ ਪਾਰਟਿਕਲ ਦੀ ਗਤੀ ਗਰੁੱਪ ਵੈਲੋਸਿਟੀ ਦੇ ਬਰਾਬਰ ਹੈ ਅਗਲੇ ਲੈਕਚਰ ਵਿੱਚ ਅਸੀਂ ਇਸ ਵੇਵ ਲਈ ਵੇਵ ਸਮੀਕਰਨ ਵਿਕਸਿਤ ਕਰਾਂਗੇ ਸ਼੍ਰੋਡਿੰਗਰ ਇਕੁਏਸ਼ਨ ਦੀ ਵਰਤੋਂ ਕਰਕੇ ਸਮੱਸਿਆਵਾਂ ਨੂੰ ਹੱਲ ਕਰਨਾ ਸ਼ੁਰੂ ਕਰਾਂਗੇ